अगर अकाली दल कामयाबी हासिल नहीं करता दिल्ली दे विच प्रबंध वापस लैण दा ते पंजाब च विरोधियों कोल एक मौका होऊगा कि दिल्ली दे लोकां ने तुहानूं नकारिया। ਹੁਣ ਤਾਲਮੇਲ ਦਾ ਸਮਾਂ ਗਿਆ, ਹੁਣ ਤਾਂ ਅਲਵਿਦਾ ਦਾ ਸਮਾਂ ਆਇਆ ਔਰ ਇਹ ਮੈਂ ਕਹਿੰਦਾ ਫੇਅਰਵੈਲ ਪਾਰਟੀ ਸ਼ੁਰੂ ਹੋਣੀ ਆ ਹੁਣ ਇਹਨਾਂ ਦੀ ਔਰ ਲੋਕਾਂ ਨੇ ਇਹ ਜਿਹਾ ਫੇਅਰਵੈਲ ਇਹਨਾਂ ਨੂੰ ਦੇਣਾ ਕਿ ਮੁੜ ਕੇ ਐਡਾ ਵੱਡਾ ਧੋਖਾ ਲੋਕਾਂ ਨਾਲ ਕਰਨ ਵਾਲਿਆਂ ਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ। ਇਹ ਜਿਹੜੀ ਇੱਕ ਵੇਵਬੰਦੀ ਹੈ ਉਹਦਾ ਅਸਰ ਕਿਤੇ ਨਾ ਕਿਤੇ ਅਕਾਲੀ ਦਲ ਤੇ ਪਏਗਾ, ਕਿਉਂਕਿ ਜੇ ਹਾਰ ਹੁੰਦੀ ਤਾਂ ਇਹਦੇ ਨਾਲ ਇੱਕ ਗੱਲ ਸਾਫ਼ ਨਤੀਜਾ ਜਾਏਗਾ। ਸੋ ਖੇਤੀ ਤੇ ਡਿਸਕਸ਼ਨ ਲਈ 2 ਦਿਨ ਸਪੈਸ਼ਲ ਰੱਖੇ ਜਾਣ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਦੇ ਵਿੱਚ कि बसपा जदों दी नाल आई है, बहुजन समाज पार्टी के नाल आउण दे नाल अकाली दल नूं ताकत मिली है, पर बीजेपी के लीडर आउण तो बाद की स्थितियां रहिंदियां ने ये भी एक खोज का विषय। ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲਾਈਵ ਕੱਪੜ ਛਾਣ ਦਾ ਖਾਸ ਪ੍ਰੋਗਰਾਮ ਤੁਸੀਂ ਵੇਖ ਰਹੇ ਹੋ। ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਵੱਖ-ਵੱਖ ਸਿਆਸੀ ਅਤੇ ਸਮਾਜਿਕ ਮਸਲਿਆਂ ਦੇ ਉੱਤੇ ਚਰਚਾ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਚਰਚਾ ਪੰਜਾਬ ਦੀ ਸਿਆਸਤ ਦੇ ਆਲੇ ਦੁਆਲੇ ਰਹੇਗੀ, ਪਰ ਚਰਚਾ ਦੀ ਸ਼ੁਰੂਆਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਦੇ ਉੱਤੋਂ ਕਰਾਂਗੇ। ਬੀਤੇ ਦਿਨੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਹੋਈਆਂ ਨੇ। ਇਹਨਾਂ ਚੋਣਾਂ ਤੋਂ ਬਾਅਦ ਅਕਾਲੀ ਦਲ ਦੇ ਭਵਿੱਖ ਦੇ ਉੱਤੇ ਬਹੁਤ ਵੱਡੇ ਸੰਕੇਤ ਖੜੇ ਹੋਣ ਲੱਗੇ ਨੇ ਕਿ ਆਖਿਰਕਾਰ ਇਹਨਾਂ ਚੋਣਾਂ ਤੋਂ ਬਾਅਦ ਅਕਾਲੀ ਦਲ ਦਾ ਸੰਕੇਤਕ ਆਉਣ ਵਾਲੇ ਦਿਨਾਂ ਦਾ ਰੋਡ ਮੈਪ ਕੀ ਰਹੇਗਾ। ਇਸ ਦੇ ਉੱਤੇ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ ਤੇ ਚਰਚਾ ਪ੍ਰੋਗਰਾਮ ਦੇ ਵਿੱਚ ਮਸਲਿਆਂ ਦੇ ਉੱਤੇ ਰਹੇਗੀ। ਕਿਸਾਨਾਂ ਦੇ ਵੱਲੋਂ ਅੱਜ ਫਿਰ ਮੁਲਾਕਾਤ ਸਰਕਾਰੀ ਨੁਮਾਇੰਦਿਆਂ ਦੇ ਨਾਲ ਹੋਣੀ ਹੈ। ਕੱਲ੍ਹ ਵੀ ਪੰਜਾਬ ਦੇ ਮੰਤਰੀਆਂ ਦੇ ਨਾਲ ਮੁਲਾਕਾਤ ਹੋਈ, ਜੋ ਗੰਨੇ ਦੀਆਂ ਕੀਮਤਾਂ ਨੂੰ ਲੈ ਕੇ ਪ੍ਰਦਰਸ਼ਨ ਚੱਲ ਰਿਹਾ ਹੈ। ਲਗਾਤਾਰ ਬੀਤੇ ਕਈ ਦਿਨਾਂ ਤੋਂ ਕਿਸਾਨ ਪ੍ਰਦਰਸ਼ਨ ਦੇ ਉੱਤੇ ਨੇ। ਰੇਲਵੇ ਟਰੈਕ ਬੰਦ ਨੇ, ਮੇਨ ਹਾਈਵੇ ਬੰਦ ਕਰ ਦਿੱਤਾ ਗਿਆ, NH1 ਜਲੰਧਰ ਦਾ ਹਾਈਵੇ ਬੰਦ ਹੈ। ਸੋ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਚਰਚਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਾਂਗੇ। ਅੱਜ ਦੇ ਪ੍ਰੋਗਰਾਮ 'ਚ ਸਾਡੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਵਿਜੇ ਮੌਰਿਆ ਜੀ। ਮੌਰਿਆ ਸਾਹਿਬ ਸਵਾਗਤ ਹੈ ਜੀ। ਥੈਂਕ ਯੂ। ਮੌਰਿਆ ਸਾਹਿਬ, ਸਭ ਤੋਂ ਪਹਿਲਾਂ ਤਾਂ ਵਧਾਂਗੇ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਹੋਈਆਂ ਨੇ। ਇਹਨਾਂ ਚੋਣਾਂ ਨੂੰ ਕਿੱਦਾਂ ਵੇਖ ਰਹੇ ਹੋ? ਇਹਨਾਂ ਚੋਣਾਂ ਦਾ ਪ੍ਰਭਾਵ ਪੰਜਾਬ ਦੀਆਂ ਆਉਣ ਵਾਲੀਆਂ 2022 ਦੀਆਂ ਚੋਣਾਂ ਦੇ ਉੱਤੇ ਪੈ ਸਕਦਾ ਅਕਾਲੀ ਦਲ ਦੇ ਪੱਖੋਂ? ਗਗਨ ਜੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਚੋਣਾਂ ਹੋ ਰਹੀਆਂ, ਇਹਦਾ ਇੱਕ ਬਹੁਤ ਵੱਡਾ ਪ੍ਰਭਾਵ ਹੈ। ਖਾਸ ਤੌਰ ਤੇ ਜਿਹੜਾ ਕਿ ਦਿੱਲੀ ਦੇ ਕਮੇਟੀ ਦਾ ਤਾਂ ਜਿਹੜਾ ਅਸਰ ਰਹੇਗਾ ਹੀ, ਉਹਦਾ ਸਭ ਤੋਂ ਜ਼ਿਆਦਾ ਜਿਹੜਾ ਅਸਰ ਹੈ ਉਹ ਪੰਜਾਬ 'ਚ ਦੇਖਣ ਨੂੰ ਮਿਲੇਗਾ ਆਪਾਂ ਨੂੰ। ਇਹਦੇ ਜਿਹੜੇ ਕੱਲ੍ਹ ਨਤੀਜੇ ਆ ਜਾਣਗੇ ਔਰ ਉਹਦਾ ਸਭ ਤੋਂ ਜਿਹੜਾ ਅਸਰ ਹੈ ਪੰਜਾਬ ਦੀ ਸਿਆਸਤ 'ਚ ਪੈਣ ਵਾਲਾ, ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੇ, ਇੱਕ ਤਾਂ ਉਹ ਇਲੈਕਸ਼ਨਾਂ ਹੋਣੀਆਂ ਇੱਥੇ, ਬਾਕੀ ਪੈਂਡਿੰਗ ਪਈਆਂ ਨੇ। ਦੂਸਰੀ ਗੱਲ ਇਹ ਹੈ ਕਿ ਅਕਾਲੀ ਦਲ ਦਾ ਭਵਿੱਖ ਵੀ ਕਿਤੇ ਨਾ ਕਿਤੇ ਇਹਦੇ ਨਾਲ ਅਟੈਚ ਹੋ ਕੇ ਜਿਹੜੇ ਇੱਥੇ ਦੇ ਵਿਚਾਰਕ ਨੇ, ਜਿਹੜੇ ਕਿ ਚੋਣਾਂ ਨੂੰ ਚੰਗੀ ਤਰੀਕੇ ਨਾਲ ਐਨਾਲਿਸਿਸ ਕਰ ਰਹੇ ਨੇ, ਉਹ ਲੋਕ ਵੀ ਬੜੇ ਹੀ ਧਿਆਨ ਨਾਲ ਕੱਲ੍ਹ ਇਹਨਾਂ ਦੇ ਨਤੀਜੇ ਦੇਖਣਗੇ ਕਿ ਕਿਸ ਤਰ੍ਹਾਂ ਨਾਲ ਜਿਹੜੇ ਦਿੱਲੀ ਵਿੱਚ ਅਕਾਲੀ ਦਲ ਬਾਦਲ ਗੁੱਟ ਹੈ ਜਾਂ ਦੂਸਰੇ ਜਿਹੜੇ ਗੁੱਟ ਹੈ, ਉਹਨਾਂ ਦਾ ਕੀ ਉੱਥੇ ਰਿਐਕਸ਼ਨ ਰਹਿੰਦਾ, ਲੋਕਾਂ ਨੇ ਕੀ ਉਹਨਾਂ ਨੂੰ ਫਤਵਾ ਦਿੱਤਾ ਹੈ, ਉਹਦੇ ਬਾਰੇ ਸਾਰੇ ਬੜੇ ਦਿਲਚਸਪੀ ਨਾਲ ਇਸ ਇਲੈਕਸ਼ਨ ਨੂੰ ਦੇਖ ਰਹੇ ਹੈ। ਔਰ ਮੈਂ ਜਿਹੜੀ ਤੁਹਾਨੂੰ ਮੇਨ ਗੱਲ ਕਰ ਰਿਹਾ ਸੀ ਅਕਾਲੀ ਦਲ ਦੇ ਸਭ ਤੋਂ ਵੱਡੀ ਇਸ ਚੋਣਾਂ ਦੇ ਵਿੱਚ ਜਿਹੜੀ ਉੱਥੇ ਹਾਰ ਜਿੱਤ ਬਾਰੇ ਦੇਖਿਆ ਜਾ ਰਿਹਾ, ਕਿਤੇ ਨਾ ਕਿਤੇ ਇਹ ਜਿਹੜੀਆਂ ਚੋਣਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀਆਂ, ਉਹਦਾ ਜਿਹੜਾ ਅਸਰ ਹੈ ਇਹਨਾਂ 'ਤੇ ਪਏਗਾ। ਇਹਦਾ ਸਭ ਤੋਂ ਅਸਰ ਪਹਿਲਾਂ ਜਿਹੜਾ ਦੇਖਣ ਵਾਲਾ ਇਹ ਹੈ, ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਪਿਛਲੇ 2017 ਦੀ ਗਵਰਨਮੈਂਟ ਰਹੀ ਹੈ ਅਕਾਲੀ ਦਲ ਦੀ, ਉਸ ਟਾਈਮ ਬੇਅਦਬੀਆਂ ਵੀ ਬੜੀਆਂ ਹੋਈਆਂ ਸੀਗੀਆਂ। ਕਿਤੇ ਨਾ ਕਿਤੇ ਅਕਾਲੀ ਦਲ 'ਤੇ ਉਹਦਾ ਵੀ ਇੱਕ ਅਸਰ ਰਿਹਾ ਕਿ ਸੰਗਤ ਬੜੀ ਨਾਰਾਜ਼ ਰਹੀ ਹੈ, ਕਿਉਂਕਿ ਉਸ ਸਮੇਂ ਸਰਕਾਰ ਨੇ ਜਿਹੜਾ ਬਾਈਬਲ ਕਲਾ ਕਾਂਡ ਸੀਗਾ ਜਾਂ ਜਿਹੜੇ ਉਹ ਬਰਗਾੜੀ ਮਾਮਲਾ ਸੀਗਾ, ਉਹਦੇ ਵਿੱਚ ਹਜੇ ਤੱਕ ਵੀ ਜਿਹੜੇ ਅਕਿਊਜ਼ਡ ਹੈ ਫੜੇ ਨਹੀਂ ਗਏ, ਨਾ ਉਹਨਾਂ ਨੂੰ ਸਜ਼ਾ ਦਿਵਾਈ ਜਾ ਸਕੀ ਹੈ। ਇਸ ਨੂੰ ਲੈ ਕੇ ਸੰਗਤ ਬੜੀ ਨਾਰਾਜ਼ ਸੀ ਔਰ ਉਹਦੇ 'ਤੇ ਨਾ ਅਕਾਲੀ ਕੁਝ ਕਰ ਸਕੇ ਅਤੇ ਨਾ ਹੁਣ ਤੱਕ ਕੈਪਟਨ ਸਾਹਿਬ ਕੁਝ ਕਰ ਸਕੇ ਹੈ। ਪਹਿਲੀ ਗੱਲ ਤਾਂ ਆਹ ਹੈ। ਦੂਸਰੀ ਗੱਲ ਇਹ ਕਿ ਜਦੋਂ ਉੱਥੇ ਇਲੈਕਸ਼ਨਾਂ ਦੇ ਵਿੱਚ ਅਗਰ ਅਕਾਲੀ ਦਲ ਦੇ ਹਿਸਾਬ ਨਾਲ ਰਿਜ਼ਲਟ ਨਹੀਂ ਆਉਂਦਾ ਦਿੱਲੀ ਵਿੱਚ, ਤਾਂ ਉਹਦਾ ਅਸਰ ਇੱਥੇ ਇਸ ਲਈ ਰਹੂਗਾ ਕਿਉਂਕਿ ਉੱਥੇ ਦੇ ਸੰਗਤ ਔਰ ਇੱਥੇ ਦੇ ਵਿਚਾਰਕ, ਇਹ ਜਿਹੜੀ ਇੱਕ ਵੇਵਬੰਦੀ ਹੈ, ਉਹਦਾ ਅਸਰ ਕਿਤੇ ਨਾ ਕਿਤੇ ਅਕਾਲੀ ਦਲ 'ਤੇ ਪਏਗਾ। ਕਿਉਂਕਿ ਜੇ ਹਾਰ ਹੁੰਦੀ ਤਾਂ ਇਹਦੇ ਨਾਲ ਇੱਕ ਗੱਲ ਸਾਫ਼ ਨਤੀਜਾ ਜਾਏਗਾ ਕਿ ਜਿਹੜੀ ਸਿੱਖ ਕਮਿਊਨਿਟੀ ਹੈ ਉਹ ਕਿਤੇ ਨਾ ਕਿਤੇ ਅਕਾਲੀ ਦਲ ਬਾਦਲ ਗੁੱਟ ਤੋਂ ਨਾਰਾਜ਼ ਲੱਗਦੀ ਹੈ ਹਜੇ ਵੀ, ਔਰ ਇਹਦਾ ਅਸਰ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜਾਏਗਾ। ਬਿਲਕੁਲ। ਸੋ ਇਹ ਜ਼ਰੂਰ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਬੀਤੇ ਦਿਨੀ ਹੋਈਆਂ ਨੇ। ਉਸ ਵੋਟਿੰਗ ਦੇ ਵਿੱਚ ਜੋ
37% ਦੇ ਕਰੀਬ ਜਿਹੜਾ ਵੋਟਿੰਗ ਹੋਈ ਹੈ। ਉਸ ਵੋਟਿੰਗ ਦੇ ਵਿੱਚ 12 ਲੱਖ ਦੇ ਕਰੀਬ ਜਿਹੜੇ ਵੋਟਰ ਸੀ ਜਿਨ੍ਹਾਂ ਦੇ ਵੱਲੋਂ ਵੋਟ ਪਾਈ ਗਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦਾ ਨਤੀਜਾ ਆ ਜਾਣਾ ਹੈ ਤੇ ਨਤੀਜਿਆਂ ਤੋਂ ਪਹਿਲਾਂ ਜਿਸ ਤਰ੍ਹਾਂ ਦੇ ਸੰਕੇਤ ਬਣ ਰਹੇ ਨੇ ਉਹ ਸੰਕੇਤ ਬਹੁਤ ਵੱਡੇ ਸਵਾਲ ਖੜੇ ਕਰ ਰਹੇ ਨੇ ਕਿ ਜੇਕਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਵਾਪਸ ਨਹੀਂ ਪਰਤਦਾ, ਭਾਵ ਕਿ ਅਕਾਲੀ ਦਲ ਦੀ ਨੁਮਾਇੰਦਾ ਜੋ ਜਥੇਬੰਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਹਾਲਾਤਾਂ ਨੂੰ ਸੰਭਾਲ ਰਹੀ ਹੈ, ਮਨਜਿੰਦਰ ਸਿੰਘ ਸਿਰਸਾ ਉਸ ਦੇ ਆਗੂ ਨੇ, ਜੇਕਰ ਉਹ ਕਮੇਟੀ ਦੁਬਾਰਾ ਵਾਪਸ ਨਹੀਂ ਆਉਂਦੀ, ਸੱਤਾ ਦੇ ਵਿੱਚ ਉੱਥੇ ਨਹੀਂ ਆਉਂਦੇ, ਸੇਵਾ ਸੰਭਾਲ ਗੁਰਦੁਆਰਾ ਸਾਹਿਬ ਦਾ ਉਹਨਾਂ ਨੂੰ ਨਹੀਂ ਮਿਲਦਾ, ਤਾਂ ਅਕਾਲੀ ਦਲ ਦੇ ਲਈ ਬਹੁਤ ਵੱਡੀ ਚੁਣੌਤੀ ਭਾਜਪਾ ਪੰਜਾਬ ਦੇ ਵਿੱਚ ਪੈਦਾ ਕਰ ਸਕਦੀ ਹੈ। ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਵੀ ਐਲਾਨ ਹੋ ਸਕਦੇ ਨੇ ਤੇ ਬਾਦਲ ਗੁੱਟ ਦੇ ਉੱਤੇ ਬਹੁਤ ਵੱਡਾ ਪ੍ਰਭਾਵ ਇਸ ਦਾ ਪਏਗਾ। ਮੌਰਿਆ ਸਾਹਿਬ, ਇਸ ਨੂੰ ਕਿੱਦਾਂ ਵੇਖਦੇ ਹੋ ਜੇਕਰ ਉੱਥੋਂ ਅਕਾਲੀ ਦਲ ਨਹੀਂ ਜਿੱਤ ਪਾਉਂਦੀ, ਕਿਉਂਕਿ ਮਨਜੀਤ ਸਿੰਘ ਜੀਕੇ ਬਹੁਤ ਵੱਡਾ ਇੱਕ ਜਨ ਆਧਾਰ ਲੈ ਕੇ ਬੈਠੇ ਨੇ। ਮਨਜੀਤ ਸਿੰਘ ਜੀਕੇ ਦੇ ਕੋਲ ਵੀ ਬਹੁਤ ਵੱਡੀ ਸਿੱਖ ਸੰਗਤ ਦਾ ਆਧਾਰ ਹੈ। ਉਧਰ ਜੇਕਰ ਸਰਨਾ ਹੋਣਾ ਦੀ ਗੱਲ ਕਰੀਏ, ਉਹਨਾਂ ਦਾ ਗੁੱਟ ਵੀ ਬਹੁਤ ਹਾਵੀ ਆ ਦਿੱਲੀ ਦੇ ਵਿੱਚ। ਜੇਕਰ ਮਨਜਿੰਦਰ ਸਿਰਸਾ ਇਸ ਵਾਰ ਨਹੀਂ ਜਿੱਤ ਪਾਉਂਦੇ, ਮਨਜਿੰਦਰ ਸਿਰਸਾ ਦੀ ਧਿਰ ਨਹੀਂ ਜਿੱਤ ਪਾਉਂਦੀ, ਕੋਈ ਹੋਰ ਉੱਥੇ ਆ ਜਾਂਦਾ ਹੈ, ਕਾਬਜ ਹੋ ਜਾਂਦਾ ਸੇਵਾ ਦੇ ਉੱਤੇ, ਤਾਂ ਕਿੱਦਾਂ ਵੇਖਦੇ ਹੋ ਕਿ ਪੰਜਾਬ ਦੇ ਵਿੱਚ ਜੋ ਭਾਜਪਾ ਹੈ ਉਹ ਇਸ ਚੀਜ਼ ਨੂੰ ਆਧਾਰ ਮੰਨੇਗੀ ਕਿ ਸਾਡੇ ਤੋਂ ਵੱਖਰੇ ਹੋਏ ਸੀ, ਸੋ ਇਸ ਕਰਕੇ ਪੰਜਾਬ ਦੇ ਵਿੱਚ ਵੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦ ਤੋਂ ਜਲਦ ਕਰਵਾਈਆਂ ਜਾਣ ਤੇ ਬਾਦਲ ਦਲ ਨੂੰ ਇਸ ਚੀਜ਼ ਦਾ ਬਹੁਤ ਵੱਡਾ ਨੁਕਸਾਨ ਕਰਵਾਉਣ ਦੀ ਕੋਸ਼ਿਸ਼ ਹੋ ਸਕਦੀ ਹੈ। ਜੀ ਬਿਲਕੁਲ ਗਗਨ ਜੀ, ਠੀਕ ਕਹਿ ਰਹੇ ਹੋ ਤੁਸੀਂ। ਮੈਂ ਉਹੀ ਕਹਿ ਰਿਹਾ ਸੀਗਾ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਬੀਜੇਪੀ ਦਾ ਵੀ ਅਲਾਇੰਸ ਰਿਹਾ ਹੈ ਔਰ ਦਿੱਲੀ ਵਿੱਚ ਵੀ ਬੀਜੇਪੀ ਇਹਨਾਂ ਦੀ ਨੈਸ਼ਨਲ ਸਰਕਾਰ ਹੈ, ਤਾਂ ਕਿਤੇ ਨਾ ਕਿਤੇ ਇਹਦੇ ਵੀ ਬੜੇ ਫਾਇਦੇ ਹੁੰਦੇ ਆ। ਔਰ ਤੁਸੀਂ ਇੱਕ ਗੱਲ ਹੋਰ ਦੇਖੋ, ਪੰਜਾਬ ਦੇ ਵਿੱਚ ਕਾਂਗਰਸ ਖੁਦ ਇਹ ਚਾਹੁੰਦੀ ਹੈ ਕਿ ਫਟਾਫਟ ਇਹ ਇਲੈਕਸ਼ਨ ਐਸਜੀਪੀਸੀ ਦੇ ਪੰਜਾਬ ਦੇ ਹੋ ਜਾਣ, ਔਰ ਉਹ ਕਿਤੇ ਨਾ ਕਿਤੇ ਬਾਰ-ਬਾਰ ਕਾਂਗਰਸ ਇਹ ਐਲੀਗੇਸ਼ਨ ਲਾਉਂਦੀ ਹੈ ਕਿ ਜਿਹੜੀ ਅਕਾਲੀ ਦਲ ਹੈ ਉਹ ਆਪਣਾ ਕਿਤੇ ਨਾ ਕਿਤੇ ਐਸੇ ਮੋਟਿਵ ਲਾ ਕੇ ਰੱਖਦੀ ਹੈ ਜਿਹਦੇ ਨਾਲ ਉਹ ਜਿੱਤ ਹੁੰਦੀ ਜਾ ਰਹੀ ਹੈ। ਤੇ ਅਕਾਲੀ ਦਲ ਹੋਵੇ, ਮਾਫ ਕਰਨਾ, ਕਾਂਗਰਸ ਹੋਵੇ ਜਾਂ ਆਮ ਆਦਮੀ ਪਾਰਟੀ ਹੈ, ਬੀਜੇਪੀ ਵੀ ਹੈ, ਉਹ ਵੀ ਹੁਣ ਚਾਹੁੰਦੇ ਹੈ ਕਿ ਪੰਜਾਬ ਦੀ ਜਿਹੜੀ ਅਕਾਲੀ ਦਲ ਹੈ ਉਹਦੀ ਜ਼ਮੀਨ ਨੂੰ ਪੂਰੀ ਤਰ੍ਹਾਂ ਕਿਤੇ ਨਾ ਕਿਤੇ ਪੱਟ ਦਈਏ, ਤਾਂ ਕਿ ਉਹ ਜਿਹੜੀ ਗੁਰਦੁਆਰਿਆਂ ਦੇ ਵਿੱਚ ਇੱਕ ਰਾਜਨੀਤੀ ਦੇ ਤੌਰ ਤੇ ਕਹਿ ਲਓ ਜਾਂ ਜਿਹੜੀ ਇੱਥੇ ਸਾਂਭ ਸੰਭਾਲ ਦੀ ਸੇਵਾ ਦੇ ਜ਼ਰੀਏ ਜੋ ਇੱਕ ਅਕਾਲੀ ਦਲ ਆਪਣੀ ਪੈਂਠ ਪੂਰੇ ਪੰਜਾਬ ਵਿੱਚ ਰੱਖਦਾ ਹੈ, ਉਹਨੂੰ ਵੀ ਸੱਟ ਪਹੁੰਚਾਈ ਜਾ ਸਕੇ। ਕਿ ਮਤਲਬ ਇਹ ਕਿ ਉਹਨਾਂ ਨੂੰ ਇਸ ਸਿਆਸਤ ਤੋਂ ਵੀ ਦੂਰ ਕੀਤੀ ਜਾਏ, ਇਸ ਸੇਵਾ ਭਾਵਨਾ ਤੋਂ ਵੀ ਦੂਰ ਕਰ ਦਿੱਤਾ ਜਾਏ, ਤਾਂ ਕਿ ਉਹਨਾਂ ਦੇ ਆਮ ਲੋਕਾਂ 'ਚ ਸਿੱਖ ਸੰਗਤ 'ਚ ਜਿਹੜੀ ਪਕੜ ਲੰਬੇ ਸਮੇਂ ਤੋਂ ਬਣੀ ਹੋਈ ਹੈ ਉਹਨੂੰ ਬ੍ਰੇਕਆਊਟ ਕੀਤਾ ਜਾ ਸਕੇ। तो मैं समझदा कि कांग्रेस भी, बीजेपी और आम आदमी पार्टी भी चाहती है कि अकाली दल नूं पिछे धकेलिया जाए, जिहदे करके वो अपनी सत्ता किते ना किते बना सकन और उन्हां दे जिहड़े हक पक्षी लोग ने वो श्रोमणी गुरुद्वारा प्रबंधक कमेटी जिहड़ी पंजाब दी है उहदे विच जाण और ਉਹਦੇ ਬਾਅਦ ਅਕਾਲੀ ਦਲ ਦਾ ਸੁਪਨਾ ਸਾਫ਼ ਹੋ ਜੇ। ਬਿਲਕੁਲ ਸੋ ਜ਼ਰੂਰ ਹੈ ਕਿ ਅਕਾਲੀ ਦਲ ਦੇ ਅੱਗੇ ਬਹੁਤ ਵੱਡੀਆਂ ਚੁਣੌਤੀਆਂ ਇਸ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦੇ ਨਤੀਜੇ ਤੋਂ ਬਾਅਦ ਆ ਸਕਦੀਆਂ, ਪਰ ਜੇਕਰ ਮਨਜਿੰਦਰ ਸਿੰਘ ਸਿਰਸਾ ਉੱਥੋਂ ਜਿੱਤ ਜਾਂਦੇ ਨੇ ਤਾਂ ਇਹ ਜ਼ਰੂਰ ਹੈ ਕਿ ਅਕਾਲੀ ਦਲ ਨੂੰ ਇੱਕ ਵੱਖਰੀ ਤਾਕਤ ਮਹਿਸੂਸ ਹੋਏਗੀ। ਅਕਾਲੀ ਦਲ ਪੰਜਾਬ ਦੇ ਵਿੱਚ ਚੋਣਾਂ ਦੇ ਵਿੱਚ ਫਿਰ ਹੋਰ ਵੱਡੇ ਪੱਧਰ ਦੇ ਉੱਤੇ ਜ਼ੋਰ ਲਾਉਣ ਦੀ ਤਿਆਰੀ ਕਰੇਗਾ। ਸੋ ਉਧਰ ਜੇ ਆਪਾਂ ਵਧੀਏ ਮੋਰਿਆ ਸਾਹਿਬ ਚਰਚਾ ਕਰਾਂਗੇ ਹੁਣ ਕਿ ਕਿਸਾਨਾਂ ਦੀ ਕੱਲ ਮੁਲਾਕਾਤ ਹੋਈ ਹੈ। ਕੱਲ ਦੀ ਮੁਲਾਕਾਤ ਤੋਂ ਬਾਅਦ ਕਿਸਾਨਾਂ ਨੇ ਅੱਜ ਫਿਰ ਮੁਲਾਕਾਤ ਕਰਨੀ ਹੈ। ਗੰਨੇ ਦੀ ਮੁੱਲ ਨੂੰ ਲੈ ਕੇ ਜਿਸ ਤਰ੍ਹਾਂ ਦੇ ਹਾਲਾਤ ਚੱਲਦੇ ਪਏ ਨੇ, ਲੱਗਦਾ ਕਿ ਪੰਜਾਬ ਸਰਕਾਰ ਇਸ ਨੂੰ ਹੱਲ ਕਰ ਸਕੇਗੀ, ਕਿਉਂਕਿ ਕੱਲ ਜਿਸ ਤਰ੍ਹਾਂ ਦੇ ਨਾਲ ਜੋ ਕਿਸਾਨ ਆਗੂਆਂ ਦੇ ਬਿਆਨ ਸੀ, ਕਿਸਾਨ ਆਗੂ ਦਾ ਕਹਿਣਾ ਹੈ ਕਿ ਸਰਕਾਰ ਕੋਲ ਸਿਰਫ ਇੱਕ ਉੱਪਰਲੇ ਅੰਕੜੇ ਨੇ, ਪਰ ਸਾਡੇ ਕੋਲ ਜ਼ਮੀਨੀ ਪੱਧਰ ਦੇ ਅੰਕੜੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਅਸੀਂ ਮੁੱਲ ਮੰਗ ਰਹੇ ਹਾਂ ਤੇ ਉਹ ਮੁੱਲ ਸੁਭਾਵਿਕ ਤੌਰ ਦੇ ਉੱਤੇ ਦਿੱਤਾ ਜਾ ਸਕਦਾ ਜੋ 400 ਰੁਪਏ ਕੀਮਤ ਦੇਣ ਦਾ ਜ਼ਿਕਰ ਹੁੰਦਾ ਹੈ। ਪਰ ਸਰਕਾਰ ਕਹਿੰਦੀ ਕਿ ਅਸੀਂ ਇੰਨੇ ਵੱਡੇ ਪੱਧਰ ਦੇ ਉੱਤੇ ਕੀਮਤਾਂ ਇੱਕੋ ਦਮ ਨਹੀਂ ਵਧਾ ਸਕਦੇ, ਕਿਉਂਕਿ ਖਰੀਦਣ ਵਾਲੇ ਵਪਾਰੀ ਇੰਨਾ ਵੱਡੇ ਪੱਧਰ ਦੇ ਉੱਤੇ ਇੱਕੋ ਦਮ ਮੁੱਲ ਜੇਕਰ ਵੱਧਦਾ ਹੈ ਤਾਂ ਉਹਨਾਂ ਨੂੰ ਬਹੁਤ ਵੱਡਾ ਝਟਕਾ ਮਹਿਸੂਸ ਹੋਏਗਾ। ਸੋ ਇਹਨੂੰ ਕਿੱਦਾਂ ਵੇਖ ਰਹੇ ਹੋ ਸਾਰੀ ਪ੍ਰਕਿਰਿਆ ਨੂੰ? ਗਗਨ ਜੀ ਦੇਖੋ, ਕਿਸਾਨਾਂ ਦੀ ਬੜੇ ਲੰਬੇ ਸਮੇਂ ਤੋਂ ਮੰਗ ਪੰਜਾਬ ਵਿੱਚ ਚੱਲ ਰਹੀ ਸੀ ਕਿ ਉਹਨਾਂ ਦਾ ਜਿਹੜਾ ਗੰਨੇ ਦਾ ਰੇਟ ਹੈ, MSP ਹੈ, ਉਹ ਸਹੀ ਨਹੀਂ ਆ ਰਿਹਾ। ਉਹਨਾਂ ਨੂੰ ਬਚਤ ਨਹੀਂ ਹੁੰਦੀ, ਖਾਦਾਂ, ਪਾਣੀ, ਹੋਰ ਕਈ ਐਸੀ ਸਮੱਸਿਆਵਾਂ ਹੁੰਦੀਆਂ ਜਿਹਦੇ ਨਾਲ ਕਿਸਾਨ ਜਿਹੜਾ ਪਰੇਸ਼ਾਨ ਆਲਰੇਡੀ ਚੱਲ ਰਿਹਾ। ਕਿਸਾਨ ਦੀ ਹਮੇਸ਼ਾ ਮੰਗ ਰਹਿੰਦੀ ਹੈ ਕਿ ਉਹਨਾਂ ਦਾ ਰੇਟ ਜਿਹੜਾ ਵਧੀਆ ਦਿੱਤਾ ਜਾਵੇ ਤਾਂ ਕਿ ਉਹਨਾਂ ਦਾ ਘਰ ਪਰਿਵਾਰ ਕਰਜ਼ਿਆਂ ਤੋਂ ਬਚੇ ਰਹਿਣ। ਐਸੀ ਕਈ ਸਮੱਸਿਆਵਾਂ ਜਿਹਦੇ ਕਰਕੇ ਅੱਜ ਦੇਸ਼ ਨਹੀਂ, ਆਪਣੇ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਵਿੱਚ ਕਿਸਾਨ ਪਰੇਸ਼ਾਨ ਹੈ। ਫਿਲਹਾਲ ਆਪਾਂ ਜੇ ਪੰਜਾਬ ਦੀ ਗੱਲ ਕਰੀਏ ਤਾਂ ਅੱਜ ਕਿਸਾਨ ਜਿਹੜਾ ਸੜਕਾਂ 'ਤੇ ਹੈ ਔਰ ਸਰਕਾਰ ਦੀ ਘੇਰਾਬੰਦੀ ਕਰ ਰਹੀ ਹੈ। ਹੁਣ ਸਰਕਾਰ ਜਾਗੀ ਹੈ, ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਬੁਲਾ ਲਿਆ ਚੰਡੀਗੜ੍ਹ ਦੇ ਵਿੱਚ। ਹੁਣ ਦੇਖਣਾ ਹੈ ਕਿ ਕੈਪਟਨ ਸਾਹਿਬ ਕਿਸ ਤਰ੍ਹਾਂ ਇਸ ਮਾਮਲੇ ਨੂੰ ਨਸਿੱਟਦੇ ਹੈ, ਕਿਉਂਕਿ ਜੇ ਆਪਾਂ ਗੱਲ ਕਰੀਏ, ਜੇ ਕਿਸਾਨਾਂ ਦੀ ਗੱਲ ਜਿੱਥੇ ਤੱਕ ਆਉਂਦੀ ਹੈ ਕਿ ਉਹ 400 ਰੁਪਏ ਪ੍ਰਤੀ ਕੁਇੰਟਲ ਜਿਹੜਾ ਹੈਗਾ ਉਹ ਗੰਨੇ ਦੀ ਮੰਗ ਕਰ ਰਹੇ ਕਿ ਇਹ ਰੁਪਈਆ ਦਿੱਤਾ ਜਾਵੇ ਉਹਨਾਂ ਨੂੰ, ਔਰ ਜਿਹੜੀ ਕਿ ਸਰਕਾਰ ਕਹਿ ਰਹੀ ਹੈ ਕਿ 400 ਰੁਪਏ
ਇੱਕਦਮ ਨਹੀਂ ਵਧਾਏ ਜਾ ਸਕਦੇ। ਸਰਕਾਰ ਦੀ ਪ੍ਰੋਬਲਮ ਜ਼ਰੂਰ ਹੋ ਸਕਦੀ, ਪਰ ਐਸੀ ਕੋਈ ਗੱਲ ਨਹੀਂ ਕਿ ਦੇਖੋ ਸਰਕਾਰਾਂ ਦੇ ਹੱਥ ਬੜੀ ਚੀਜ਼ਾਂ ਮੈਨੇਜਮੈਂਟ ਹੁੰਦੀਆਂ, ਅਗਰ ਉਹ ਚਾਹਵੇ ਤਾਂ ਕੋਈ ਨਾ ਕੋਈ ਰਸਤਾ ਕੱਢ ਸਕਦੀ ਹੈ। ਪਰ ਮੈਨੂੰ ਵੀ ਇਹ ਲੱਗ ਰਿਹਾ ਹੈ ਕਿ ਸ਼ਾਇਦ ਕੈਪਟਨ ਸਰਕਾਰ ਇਹ ਜਿਹੜੀ ਕਿਸਾਨਾਂ ਦੀ ਫਿਲਹਾਲ ਮੰਗ ਹੈ 400 ਰੁਪਏ ਵਾਲੀ ਸ਼ਾਇਦ ਪੂਰੀ ਨਾ ਕਰ ਸਕੇ, ਪਰ ਇਹ ਕੋਸ਼ਿਸ਼ ਹੋਏਗੀ ਕਿ ਉਹਨਾਂ ਨੂੰ ਕੁਛ ਨਾ ਕੁਛ ਰੇਟ ਐਸਾ ਵੱਧ ਕੇ ਦਿੱਤਾ ਜਾਵੇ ਫਿਲਹਾਲ ਕਿ ਜਿਹਦੇ ਨਾਲ ਕਿਸਾਨ ਜਿਹੜਾ ਸੰਘਰਸ਼ ਦਾ ਰਸਤਾ ਛੱਡੇ ਔਰ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਜਾਂ ਜਿਹੜੇ ਸਾਡੇ ਰੋਡ ਮੇਨ ਹਾਈਵੇਜ਼ ਬਲੌਕ ਨੇ ਉਹ ਬਲੌਕੇਜ ਖੁੱਲ੍ਹ ਜੇ, ਲੋਕਾਂ ਦਾ ਆਉਣਾ ਜਾਣਾ ਸੁਗਮ ਹੋ ਸਕੇ, ਕਿਉਂਕਿ ਪੰਜਾਬ ਦੇ ਵਿੱਚ ਵਪਾਰ ਵੀ ਹੋ ਰਿਹਾ ਹੈ, ਲੋਕਾਂ ਨੇ ਆਉਣਾ ਜਾਣਾ ਵੀ ਹੈ, ਉਹਦੇ ਕਰਕੇ ਬੜੀ ਦਿੱਕਤ ਹੋ ਰਹੀ ਹੈ। ਤਾਂ ਮੈਨੂੰ ਲੱਗਦਾ ਕਿ ਕੈਪਟਨ ਸਾਹਿਬ ਨੂੰ ਇਹਦਾ ਹਰ ਹਾਲਤ 'ਚ ਮਸਲਾ ਕੱਲ੍ਹ ਹੱਲ ਕਰ ਦੇਣਾ ਚਾਹੀਦਾ ਹੈ। ਵੈਸੇ ਵੀ ਕਾਂਗਰਸ ਖੁਦ ਨੂੰ ਕਾਫੀ ਕਿਸਾਨ ਹਿਤੈਸ਼ੀ ਕਹਿੰਦੀ ਹੈ, ਤਾਂ ਅਗਰ ਉਹ ਹਿਤੈਸ਼ੀ ਕਹਿੰਦੀ ਹੈ ਤਾਂ ਇਸ ਮਸਲੇ ਨੂੰ ਜਲਦ ਹੱਲ ਕਰਕੇ ਕਿਸਾਨਾਂ ਦੀ ਜਿਹੜੀ ਡਿਮਾਂਡ ਨੂੰ ਪੂਰੀ ਕਰਨਾ ਚਾਹੀਦੀ ਹੈ। ਬਿਲਕੁਲ ਸੋ ਜ਼ਰੂਰ ਹੈ। ਸੋ ਇਸ ਮਸਲੇ ਦੇ ਉੱਤੇ ਵੀ ਸਿਆਸੀ ਪ੍ਰਤੀਕਰਮ ਨੇ ਵਿਕਰਮ ਮਜੀਠੀਆ ਦੇ ਵੱਲੋਂ ਵੀ ਸਿੱਧੇ ਤੌਰ ਤੇ ਨਵਜੋਤ ਸਿੰਘ ਸਿੱਧੂ ਨੂੰ ਇਸ ਮਸਲੇ ਦੇ ਉੱਤੇ ਨਿਸ਼ਾਨੇ ਤੇ ਲਿਆ ਗਿਆ ਹੈ। ਵਿਕਰਮ ਮਜੀਠੀਆ ਦਾ ਕਹਿਣਾ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਪਹਿਲਾਂ ਕਿਸਾਨਾਂ ਦੇ ਹੱਕ 'ਚ ਬਿਆਨ ਦੇ ਰਹੇ ਸੀ, ਜੇਕਰ ਨਵਜੋਤ ਸਿੰਘ ਸਿੱਧੂ ਹੁਣ ਚਾਹੁੰਦੇ ਨੇ ਤਾਂ ਕਿਸਾਨ ਜੋ ਮੰਗ ਕਰ ਰਹੇ ਨੇ ਉਹ ਮੰਗ ਕੈਪਟਨ ਸਰਕਾਰ ਤੋਂ ਪੂਰੀ ਕਰਵਾਈ ਜਾਣੀ ਚਾਹੀਦੀ ਹੈ। ਸੋ ਵਿਕਰਮ ਮਜੀਠੀਆ ਦੇ ਵਾਰ ਲਗਾਤਾਰ ਨਵਜੋਤ ਸਿੰਘ ਸਿੱਧੂ ਦੇ ਵੱਲ ਨੇ ਤੇ ਨਵਜੋਤ ਸਿੰਘ ਸਿੱਧੂ ਨੇ ਵੀ ਤੀਰ ਜਿਹੜੇ ਨੇ ਤਿੱਖੇ ਕਰਕੇ ਸਿਆਸੀ ਤੌਰ ਦੇ ਉੱਤੇ ਵਿਕਰਮ ਮਜੀਠੀਆ ਦੇ ਵੱਲ ਕੀਤੇ ਹੋਏ ਨੇ। ਸੋ ਇਹ ਜ਼ਰੂਰ ਹੈ ਕਿ ਆਉਣ ਵਾਲੇ ਦਿਨਾਂ 'ਚ ਇਹ ਰੇਟ ਵੀ ਹੋਰ ਵਧੇਗਾ। ਸੋ ਵੱਖ-ਵੱਖ ਸਿਆਸੀ ਪ੍ਰਤੀਕਰਮ ਨੇ ਪਹਿਲਾਂ ਤੁਹਾਨੂੰ ਬਿਆਨ ਸੁਣਾਉਂਦੇ ਹਾਂ। ਦੇਖੋ ਹੁਣ ਤਾਂ ਭਾਵੇਂ ਤਾਲਮੇਲ ਮਿਲਾ ਲਓ, ਭਾਵੇਂ ਮੇਲ ਜੋਲ ਕਮੇਟੀ ਬਣਾ ਲਓ, ਇਹਨਾਂ ਦਾ ਆਪਦਾ ਤਾਲਮੇਲ ਹੀ ਨਹੀਂ ਸੈੱਟ ਪੈ ਰਿਹਾ। ਜੋ ਕੁਝ ਇੱਕ ਦੂਜੇ ਬਾਰੇ ਕਿਹਾ ਗਿਆ, ਜੋ ਰਵੱਈਆ ਪ੍ਰਧਾਨਗੀ ਦੀ ਚੋਣ ਵੇਲੇ ਵੇਖਣ ਨੂੰ ਮਿਲਿਆ ਜਾਂ ਉਸ ਤੋਂ ਬਾਅਦ ਵੀ ਜੋ ਟਿੱਪਣੀਆਂ ਹੋਈਆਂ ਨੇ, ਇਹ ਕੇਵਲ ਤੇ ਕੇਵਲ ਜੋ ਕਾਂਗਰਸ ਪਾਰਟੀ ਦੀ ਬਦਨਾਮੀ ਹੋ ਰਹੀ ਆ ਕਿ ਇਹ ਇੱਕ ਦੂਜੇ ਨੂੰ ਠੋਕਣ ਨੂੰ ਤੁਰੇ ਆ। 4.5 ਸਾਲ ਤਾਂ ਕਿਸੇ ਨਾਲ ਮੇਲ ਜੋਲ ਰੱਖਿਆ ਨਹੀਂ ਲੋਕਾਂ ਨਾਲ। ਹੁਣ ਤਾਲਮੇਲ ਦਾ ਸਮਾਂ ਗਿਆ, ਹੁਣ ਤਾਂ ਅਲਵਿਦਾ ਦਾ ਸਮਾਂ ਆਇਆ ਔਰ ਇਹ ਮੈਂ ਕਹਿੰਦਾ ਫੇਅਰਵੈਲ ਪਾਰਟੀ ਸ਼ੁਰੂ ਹੋਣੀ ਆ ਹੁਣ ਇਹਨਾਂ ਦੀ। ਔਰ ਲੋਕਾਂ ਨੇ ਇਹ ਜਿਹਾ ਫੇਅਰਵੈਲ ਇਹਨਾਂ ਨੂੰ ਦੇਣਾ ਕਿ ਮੁੜ ਕੇ ਐਡਾ ਵੱਡਾ ਧੋਖਾ ਲੋਕਾਂ ਨਾਲ ਕਰਨ ਵਾਲਿਆਂ ਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ। ਸੋ ਉਧਰ ਪੰਜਾਬ ਦੇ ਵਿਧਾਨ ਸਭਾ ਇਜਲਾਸ ਨੂੰ ਬਣਾਉਣ ਦੀਆਂ ਤਿਆਰੀਆਂ ਵੀ ਸਰਕਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ। ਚਰਚਾਵਾਂ ਨੇ ਕਿ ਬਹੁਤ ਜਲਦ ਵਿਧਾਨ ਸਭਾ ਇਜਲਾਸ ਨੂੰ ਲੈ ਕੇ ਸਰਕਾਰ ਦੇ ਵੱਲੋਂ ਵੀ ਐਲਾਨ ਕਰ ਦਿੱਤਾ ਜਾਏਗਾ। ਮੌਰਿਆ ਸਾਹਿਬ, ਜਿਸ ਤਰ੍ਹਾਂ ਇਸ ਵਾਰ ਇਹ ਚਰਚਾਵਾਂ ਚੱਲ ਰਹੀਆਂ ਨੇ ਕਿ ਇਸ ਵਾਰ ਵਿਧਾਨ ਸਭਾ ਇਜਲਾਸ ਨੂੰ ਇੱਕ ਤਾਂ ਲਾਈਵ ਕੀਤਾ ਜਾਵੇ, ਇਹ ਵਿਰੋਧੀ ਧਿਰਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ। ਉਧਰ ਆਮ ਆਦਮੀ ਪਾਰਟੀ ਨੇ ਮੰਗ ਕੀਤੀ ਹੈ ਕਿ ਘੱਟੋ ਘੱਟ 2 ਦਿਨ ਕਿਸਾਨੀ ਮਸਲਿਆਂ ਦੇ ਲਈ ਰੱਖੇ ਜਾਣੇ ਚਾਹੀਦੇ ਨੇ, ਸਿਰਫ ਕਿਸਾਨਾਂ ਦਾ ਜ਼ਿਕਰ ਹੋਵੇ, ਸਿਰਫ ਕਿਸਾਨਾਂ ਦੇ ਉੱਤੇ ਚਰਚਾ ਕੀਤੀ ਜਾਵੇ। ਕਿੱਦਾਂ ਵੇਖਦੇ ਹੋ ਕਿ ਜੇਕਰ ਅਜਿਹਾ ਦੌਰ ਚੱਲਦਾ ਹੈ, ਕਿਉਂਕਿ ਹਰ ਮਸਲੇ ਨੂੰ ਹਰ ਪੰਜਾਬ ਦਾ ਹਰ ਮਸਲਾ ਜ਼ਰੂਰੀ ਹੈ, ਜੇਕਰ ਕਿਸਾਨੀ ਜ਼ਰੂਰੀ ਹੈ ਤਾਂ ਵਪਾਰਕ ਅਦਾਰੇ ਵੀ ਪੰਜਾਬ ਦੇ ਲਈ ਬਹੁਤ ਜ਼ਰੂਰੀ ਨੇ। ਸੋ ਹਰ ਮਸਲੇ ਦੇ ਲਈ ਵੈਸੇ ਤਾਂ ਦਿਨ ਮੈਂ ਕਹਿੰਦਾ 2-2 ਦਿਨ ਹੋਣੇ ਚਾਹੀਦੇ ਨੇ, 2-2 ਦਿਨ ਸਾਡੇ ਐਮਐਲਏ ਚਰਚਾ ਕਰ ਸਕਦੇ ਨੇ। ਮੌਨਸੂਨ ਇਜਲਾਸ ਜੇਕਰ 1 ਮਹੀਨੇ ਦਾ ਵੀ ਚੱਲ ਜਾਵੇ ਤਾਂ ਮੈਨੂੰ ਨਹੀਂ ਲੱਗਦਾ ਕਿ ਜੇਕਰ ਕੋਈ ਹੱਲ ਹੁੰਦਾ ਹੈ ਤਾਂ ਉਸ ਦੇ ਵਿੱਚ ਕੋਈ ਕਮੀ ਹੋਣੀ ਚਾਹੀਦੀ ਹੈ ਤੇ ਮੌਨਸੂਨ ਇਜਲਾਸ ਲੰਬਾ ਹੋਣਾ ਚਾਹੀਦਾ। ਪਰ ਜੇਕਰ ਇੱਕ ਦੂਜੇ ਦੇ ਰੋਲੇ ਰੱਪੇ ਦੇ ਵਿੱਚ ਪੈ ਕੇ ਸਿਰਫ ਟੈਕਸਾਂ ਦਾ ਰੁਪਈਆ ਖਰਾਬ ਕਰਨਾ ਹੈ ਤਾਂ ਮੌਨਸੂਨ ਇਜਲਾਸ ਮੈਨੂੰ ਲੱਗਦਾ ਕਿ ਘੱਟ ਤੋਂ ਘੱਟ ਸਮੇਂ ਤੱਕ ਕਰਕੇ ਨਿਬੇੜ ਦੇਣਾ ਚਾਹੀਦਾ ਇਹਨਾਂ ਨੂੰ। ਦੇਖੋ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਗਗਨ ਜੀ, ਇਹ ਬਿਲਕੁਲ ਸਹੀ ਗੱਲ ਕੀ ਜਿਹੜੇ ਮੌਨਸੂਨ ਇਜਲਾਸ ਹੈ, ਜਿਹੜਾ ਵਿਧਾਨ ਸਭਾ ਦਾ ਸੱਤਰ ਹੈ, ਉਹਨੂੰ ਵਧੀਆ ਸਫਲ ਬਣਾਉਣਾ ਚਾਹੀਦਾ ਸਰਕਾਰ ਨੂੰ। ਅੱਜ ਪੰਜਾਬ ਦੇ ਵਿੱਚ ਅਗਰ ਕੋਈ ਸਭ ਤੋਂ ਵੱਡਾ ਮੁੱਦਾ ਹੈ ਤਾਂ ਉਹ ਕਿਸਾਨੀ ਦਾ ਹੀ ਮੁੱਦਾ ਹੈ, ਹੋਰ ਮੁੱਦੇ ਤਾਂ ਨਜ਼ਰ ਹੀ ਨਹੀਂ ਆ ਰਹੇ। ਔਰ ਮੈਂ ਸਮਝਦਾ ਕਿ ਜਿਸ ਤਰ੍ਹਾਂ ਦਿੱਲੀ 'ਚ ਪ੍ਰੋਬਲਮ ਚੱਲ ਰਹੀ ਹੈ, ਹੁਣ ਪੰਜਾਬ ਦੇ ਵਿੱਚ ਵੀ ਗੰਨੇ ਨੂੰ ਲੈ ਕੇ ਇੱਕ ਬੜੀ ਵੱਡੀ ਪ੍ਰੋਬਲਮ ਚੱਲ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਜਿੱਦਾਂ ਫਸਲਾਂ ਨੂੰ ਲੈ ਕੇ, ਰੇਟ ਨੂੰ ਲੈ ਕੇ ਹੋਰ ਮਸਲੇ ਜਿਹੜੇ ਚੱਲ ਰਹੇ ਉਹਨਾਂ 'ਤੇ ਵੀ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਔਰ ਜਿਹੜੀ ਮੈਂ ਸਮਝਦਾ ਓਪੋਜੀਸ਼ਨ ਨੇ ਗੱਲ ਕੀਤੀ ਹੈ ਕਿ ਵੀ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ 2 ਦਿਨ ਦਾ ਚਾਹੀਦਾ ਸਮਾਂ, ਮੈਂ ਕਹਿੰਦਾ ਇਹ ਗੱਲ ਸਹੀ ਹੈ। ਔਰ ਸਿਰਫ ਸਮਾਂ ਨਾ ਲੈਣ, ਉਹਦੇ 'ਤੇ ਸਰਕਾਰ ਕੋਈ ਅੱਛਾ ਰਿਜ਼ਲਟ ਲਿਆਵੇ ਔਰ ਕਿਸਾਨਾਂ ਦੀ ਬਿਹਤਰੀ ਲਈ ਕੋਈ ਨਾ ਕੋਈ ਐਸੇ ਉਪਾਅ ਕੱਢੇ ਜਿਹਦੇ ਨਾਲ ਕਿਸਾਨੀ ਬਿਹਤਰ ਹੋਵੇ ਤੇ ਪੰਜਾਬ ਅੱਗੇ ਜਾ ਸਕੇ। ਸੋ ਬਿਲਕੁਲ ਹੋਰ ਕਈ ਸਿਆਸੀ ਪ੍ਰਤੀਕਰਮ ਉਹ ਪ੍ਰਤੀਕਰਮ ਵੀ ਤੁਹਾਨੂੰ ਸੁਣਾਉਂਦੇ ਆ। ਇਸ ਵਾਰ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਖੇਤੀ ਔਰ ਖੇਤੀ ਨੂੰ ਦਰਪੇਸ਼ ਸਮੱਸਿਆਵਾਂ ਦੇ 2 ਦਿਨ ਦਾ ਸਪੈਸ਼ਲ ਡਿਸਕਸ਼ਨ ਰੱਖੀ ਜਾਵੇ ਔਰ ਇਹਦੇ ਵਿੱਚ ਜਿੱਥੇ ਗੰਨਾ ਕਿਸਾਨਾਂ ਦੀਆਂ ਸਮੱਸਿਆਵਾਂ, ਉੱਥੇ ਪੰਜਾਬ ਦਾ ਜਿਹੜਾ ਖੇਤੀ ਨੂੰ ਆਉਣ ਵਾਲਾ ਸੰਕਟ ਹੈ ਉਹਦੇ ਬਾਰੇ ਵਿਚਾਰ ਕੀਤੇ ਜਾਣ। ਜਿਸ ਤਰ੍ਹਾਂ ਵਾਟਰ ਟੇਬਲ ਥੱਲੇ ਜਾ ਰਿਹਾ, ਪਾਣੀ ਜ਼ਹਿਰੀਲਾ ਹੋ ਰਿਹਾ, ਸਾਡੀ ਇਨਪੁਟ ਕਾਸਟ ਵੱਧ ਰਹੀ ਹੈ, ਤੇ ਜਿਹੜੀ ਡਾਈਵਰਸੀਫਿਕੇਸ਼ਨ ਦੇ ਲਈ ਕੀ ਇੰਤਜ਼ਾਮ ਕੀਤੇ ਸਰਕਾਰ ਨੇ ਔਰ ਕੀ ਕਰਨ ਦੇ ਇਰਾਦੇ ਰੱਖਦੀ ਉਹ ਡਿਸਕਸ ਕੀਤਾ ਜਾਵੇ ਤਾਂ ਕਿ ਆਪਾਂ ਪੰਜਾਬ ਨੂੰ ਬਚਾ ਸਕੀਏ। ਸੋ ਆਮ ਆਦਮੀ ਪਾਰਟੀ
ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕਰਦੀ ਹੈ ਵੀ 2 ਦਿਨ ਦਾ ਸੈਸ਼ਨ ਰੱਖੀਏ, ਤੇ ਨਾਲ ਦੀ ਨਾਲ ਅਸੀਂ ਸਪੀਕਰ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਵੀ 2 ਦਿਨ ਸਪੈਸ਼ਲ ਸੈਸ਼ਨ, ਕਿਉਂਕਿ ਖੇਤੀ ਪੰਜਾਬ ਦੀ ਜਾਨ ਹੈ। ਖੇਤੀ ਤੋਂ ਬਿਨਾਂ ਪੰਜਾਬ ਦਾ ਤਸੱਵੁਰ ਨਹੀਂ ਕੀਤਾ ਜਾ ਸਕਦਾ। ਸੋ ਖੇਤੀ ਲਈ, ਖੇਤੀ ਤੇ ਡਿਸਕਸ਼ਨ ਲਈ 2 ਦਿਨ ਸਪੈਸ਼ਲ ਰੱਖੇ ਜਾਣ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਦੇ ਵਿੱਚ। ਅੱਜ ਪੰਜਾਬ ਦਾ ਕਿਸਾਨ ਵੱਖ-ਵੱਖ ਸਮੱਸਿਆਵਾਂ ਨਾਲ ਜੂਝ ਰਿਹਾ ਹੈਗਾ। ਅੱਜ ਪੰਜਾਬ ਦਾ ਕਿਸਾਨ, ਦੇਸ਼ ਦਾ ਕਿਸਾਨ, ਜਿੱਥੇ 3 ਕਾਲੇ ਕਾਨੂੰਨਾਂ ਦੇ ਖਿਲਾਫ ਲਗਾਤਾਰ ਸੰਘਰਸ਼ ਕਰ ਰਿਹਾ, ਔਰ ਤੇ ਦੂਜੇ ਪਾਸੇ ਅੱਜ ਵੀ ਪੰਜਾਬ ਸਰਕਾਰ ਨੇ ਗੰਨੇ ਦੇ ਭਾਅ ਦੇ ਵਿੱਚ ਬੜਾ ਨਿਗੂਣਾ ਵਾਧਾ ਕੀਤਾਗਾ, ਬਹੁਤ ਘੱਟ ਰੇਟ ਦਾ ਵਾਧਾ ਕੀਤਾਗਾ। ਜਿੰਨੇ ਗੰਨਾ ਕਾਸ਼ਤਕਾਰ ਸਟੇਟ ਨੇ ਉਹਨਾਂ ਵਿੱਚ ਸਭ ਤੋਂ ਜਿਹੜਾ ਘੱਟ ਰੇਟ ਆ ਉਹ ਪੰਜਾਬ ਵਿੱਚ ਆ। ਸੋ ਆਮ ਆਦਮੀ ਪਾਰਟੀ ਮੰਗ ਕਰਦੀ ਆ ਕਿ ਜਿਹੜਾ ਪੰਜਾਬ ਦੀ ਵਿਧਾਨ ਸਭਾ ਦਾ ਆਉਣ ਵਾਲਾ ਸੈਸ਼ਨ ਆ, ਉਸ ਸੈਸ਼ਨ ਦੇ ਵਿੱਚ ਲਗਭਗ 2 ਦਿਨ ਜਿਹੜੇ ਹੈਗੇ ਨੇ ਕਿ ਉਹ ਕਿਸਾਨੀ ਸਮੱਸਿਆਵਾਂ ਤੇ ਚਰਚਾ ਹੋਵੇ, ਚਾਹੇ ਉਹ ਖੇਤੀ ਵਿਭਿੰਨਤਾ ਦੀ ਗੱਲ ਹੋਵੇ, ਚਾਹੇ ਉਹ ਜਿਹੜਾ ਥੱਲੇ ਨੂੰ ਪਾਣੀ ਜਾ ਰਿਹਾ ਉਹਦੀ ਗੱਲ ਹੋਵੇ। ਸੋ ਮੈਂ ਸਮਝਦਾ ਕਿਸਾਨੀ ਸਮੱਸਿਆਵਾਂ ਦੇ ਉੱਤੇ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਆ ਉਹ 2 ਦਿਨ ਦਾ ਹੋਣਾ ਚਾਹੀਦਾ, ਸਪੈਸ਼ਲ ਸੈਸ਼ਨ। ਦਿੱਲੀ ਕਮੇਟੀ ਦੀਆਂ ਚੋਣਾਂ ਦੇ ਉੱਤੇ ਆਖਰਕਾਰ ਐਕਸਪਰਟ ਰਾਏ ਵੀ ਜ਼ਰੂਰ ਲਵਾਂਗੇ ਤੇ ਸਿੱਧਾ ਚੱਲਾਂਗੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਹੋਣਾ ਦੇ ਵੱਲ। ਡੱਲਾ ਸਾਹਿਬ, ਕਿਸ ਤਰ੍ਹਾਂ ਵੇਖ ਰਹੇ ਹੋ, ਜੇਕਰ ਜਿਸ ਤਰ੍ਹਾਂ ਮੌਰਿਆ ਸਾਹਿਬ ਦੇ ਨਾਲ ਵੀ ਜ਼ਿਕਰ ਕੀਤਾ ਹੈ ਕਿ ਜੇਕਰ ਦਿੱਲੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਨੂੰ ਉੱਥੋਂ ਹਾਰ ਨਸੀਬ ਹੋ ਜਾਂਦੀ ਹੈ ਤਾਂ ਪੰਜਾਬ ਦੀਆਂ ਚੋਣਾਂ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਅਕਾਲੀ ਦਲ ਦੇ ਲਈ ਕਿੰਨਾ ਕੁ ਵੱਡਾ ਝਟਕਾ ਹੋਏਗਾ? ਜੇਕਰ ਜਿੱਤਦੀ ਹੈ ਉਹ ਤਾਂ ਵੱਖਰੀ ਗੱਲ ਹੈ, ਸੰਕੇਤ ਨੇ ਜੇਕਰ ਹਾਰ ਜਾਂਦੇ ਨੇ ਤਾਂ ਕੀ ਕੁਝ ਹੋ ਸਕਦਾ ਪੰਜਾਬ ਦੇ ਵਿੱਚ? ਦੇਖੋ, ਬਿਲਕੁਲ ਮੈਨੂੰ ਇਹ ਲੱਗਦਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਜਿਹੜੀਆਂ ਵੋਟਾਂ ਨੇ ਉਹਨਾਂ ਦਾ ਜਿਹੜਾ ਰਿਜ਼ਲਟ ਹੈ ਉਹਦਾ ਇੰਪੈਕਟ ਬਹੁਤ ਪੰਜਾਬ ਦੇ ਵਿੱਚ ਆਉਣਾ ਹੈ, ਕਿਉਂਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਅਕਾਲੀ ਦਲ ਦੀ ਸਾਰੀ ਵੱਡੀ ਲੀਡਰਸ਼ਿਪ ਹੈ ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ 'ਚ ਸਰਗਰਮ ਰਹਿੰਦੀ ਹੈ। ਔਰ ਇਸ ਵਾਰ ਵੀ ਅਕਾਲੀ ਦਲ ਦੇ ਵੱਡੇ ਵੱਡੇ ਲੀਡਰਾਂ ਨੇ ਦਿੱਲੀ 'ਚ ਜਾ ਕੇ ਚੋਣ ਪ੍ਰਚਾਰ ਕੀਤਾ, ਔਰ ਜਦੋਂ ਤੱਕ ਤਾਂ ਬੀਜੇਪੀ ਦੇ ਨਾਲ ਸਾਂਝ ਸੀ ਅਕਾਲੀ ਦਲ ਦੀ, ਉਸ ਵੇਲੇ ਬੀਜੇਪੀ ਦੇ ਜਿਹੜੇ ਸਿੱਖ ਭਾਈਚਾਰੇ ਦੇ ਸਾਡੇ ਲੀਡਰ ਨੇ ਉਹ ਵੀ ਚੋਣ ਪ੍ਰਚਾਰ ਕਰਦੇ ਰਹੇ ਨੇ ਇਹਨਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਚੋਣਾਂ ਦੇ ਵਿੱਚ। ਔਰ ਇਸ ਵਾਰ ਕਿਉਂਕਿ ਬੀਜੇਪੀ ਔਰ ਅਕਾਲੀ ਦਲ ਵੱਖਰਾ ਹੋ ਗਿਆ, ਸੋ ਹੁਣ ਦੇਖਣ ਵਾਲੀ ਸਥਿਤੀ ਰਹੂਗੀ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਵਿੱਚ ਜਿਨ੍ਹਾਂ ਕੋਲੇ ਪ੍ਰਬੰਧ ਸੀ ਗੁਰਦੁਆਰਾ ਸਾਹਿਬਾਨਾਂ ਦਾ, ਹੁਣ ਉੱਥੇ ਆਪਣੀ ਜਿਹੜੀ ਸਥਿਤੀ ਹੈ ਉਹਨੂੰ ਬਰਕਰਾਰ ਰੱਖਦੇ ਨੇ ਜਾਂ ਕੋਈ ਹੋਰ ਧਿਰ ਆਉਂਦੀ ਹੈ। ਦੇਖੋ, ਮੁਕਾਬਲਾ ਬੜਾ ਜ਼ਬਰਦਸਤ ਹੋਇਆ, ਵੋਟ ਪਰਸੈਂਟੇਜ ਕਾਫੀ ਘੱਟ ਹੈ ਭਾਵੇਂ, ਪਰ ਇਸ ਵੋਟ ਪਰਸੈਂਟੇਜ ਨੂੰ ਅਸੀਂ ਇੱਕ ਖੋਜ ਦੇ ਤੌਰ ਤੇ ਦੇਖਾਂਗੇ ਵੀ ਇੰਨੀ ਘੱਟ ਵੋਟ ਪਰਸੈਂਟੇਜ ਤੋਂ ਕੀ ਮੌਜੂਦਾ ਪ੍ਰਬੰਧਕ ਦੁਬਾਰਾ ਆਉਂਦੇ ਨੇ ਜਾਂ ਨਵੇਂ ਪ੍ਰਬੰਧਕ ਆਉਂਦੇ ਨੇ ਉੱਥੇ ਗੁਰਦੁਆਰਾ ਸਾਹਿਬਾਨਾਂ ਦੇ, ਔਰ ਇਹਦਾ ਅਸਰ ਪੰਜਾਬ 'ਚ ਆਊਗਾ। ਬਹੁਤ ਗੰਭੀਰਤਾ ਦੇ ਨਾਲ ਮੈਂ ਗੱਲ ਕਹਿ ਰਿਹਾ ਕਿ ਇਹਦਾ ਅਸਰ ਪੰਜਾਬ 'ਚ ਆਊਗਾ। ਅਗਰ ਅਕਾਲੀ ਦਲ ਕਾਮਯਾਬੀ ਹਾਸਲ ਨਹੀਂ ਕਰਦਾ ਦਿੱਲੀ ਦੇ ਵਿੱਚ ਪ੍ਰਬੰਧ ਵਾਪਸ ਲੈਣ ਦਾ, ਤੇ ਪੰਜਾਬ 'ਚ ਵਿਰੋਧੀਆਂ ਕੋਲੇ ਇੱਕ ਮੌਕਾ ਹੋਊਗਾ ਕਿ ਦਿੱਲੀ ਦੇ ਲੋਕਾਂ ਨੇ ਤੁਹਾਨੂੰ ਨਕਾਰਿਆ, ਔਰ ਸਿਆਸੀ ਤੌਰ ਤੇ ਵੀ ਅਕਾਲੀ ਦਲ ਨੂੰ ਇਹਦਾ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਹੈ ਉਹ ਹੋਊਗਾ। ਭਾਵੇਂ ਅਕਾਲੀ ਦਲ ਵਾਲੇ ਕਹਿਣਗੇ ਕਿ ਅਸੀਂ ਪੰਜਾਬ ਦੇ ਵਿੱਚ ਪੋਲੀਟੀਕਲ ਪਾਰਟੀ ਦੇ ਤੌਰ ਤੇ ਚੋਣਾਂ ਲੜਨੀਆਂ ਨੇ, ਬਿਲਕੁਲ ਕਹਿਣਗੇ ਕਿ ਇਹਦਾ ਸਾਨੂੰ ਕੋਈ ਅਸਰ ਨਹੀਂ ਪਊਗਾ, ਪਰ ਆਮ ਲੋਕਾਂ ਦੀ ਨਜ਼ਰਾਂ ਦੇ ਵਿੱਚ ਇਹਦਾ ਫਰਕ ਪਊਗਾ ਅਗਰ ਅਕਾਲੀ ਦਲ ਦਿੱਲੀ 'ਚ ਹਾਰਦਾ ਹੈ। ਔਰ ਹੁਣ ਇੱਕ ਅਗਰ ਦਿੱਲੀ 'ਚ ਅਕਾਲੀ ਦਲ ਹਾਰਦਾ ਹੈ, ਸਿਰਸਾ ਧੜਾ ਹਾਰਦਾ ਹੈ, ਤੇ ਪੰਜਾਬ 'ਚ ਅਸੀਂ ਵੀ ਦੇਖ ਰਹੇ ਹਾਂ ਕਿ ਭਾਰਤੀ ਜਨਤਾ ਪਾਰਟੀ ਦੇ ਬਹੁਤ ਸਾਰੇ ਲੀਡਰਾਂ ਨੂੰ ਅਕਾਲੀ ਦਲ ਅੱਜ ਕੱਲ੍ਹ ਆਪਣੀ ਪਾਰਟੀ 'ਚ ਸ਼ਾਮਲ ਕਰਾ ਰਿਹਾ। ਆਉਂਦੇ ਦਿਨਾਂ 'ਚ ਹੋਰ ਲੀਡਰਾਂ ਦੀ ਸ਼ਮੂਲੀਅਤ ਵੀ ਹੋ ਸਕਦੀ ਹੈ। ਸੋ ਅਜਿਹੀ ਸੂਰਤ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਬੜੀ ਦਿਲਚਸਪ ਰਹੂਗੀ ਸਥਿਤੀ ਦੇਖਣੀ ਕਿ ਅਕਾਲੀ ਦਲ ਦੇ ਵਿੱਚ ਕੀ ਕੋਈ ਅਜਿਹੇ ਲੀਡਰ ਨਾਰਾਜ਼ ਹੋ ਕੇ ਕਿਤੇ ਦੂਸਰੀਆਂ ਪਾਰਟੀਆਂ 'ਚ ਤਾਂ ਨਹੀਂ ਜਾਂਦੇ, ਕਿਉਂਕਿ ਜਿਨ੍ਹਾਂ ਸੀਟਾਂ ਤੇ ਵੀ ਬੀਜੇਪੀ ਦੇ ਲੀਡਰ ਜਾਣਗੇ ਉੱਥੇ ਅਕਾਲੀ ਦਲ ਦੇ ਲੀਡਰ ਵੀ ਕੁਝ ਹੋਣਗੇ ਜਿਹੜੇ ਆਪਣੀ ਥਾਂ ਲੱਭ ਰਹੇ ਹੋਣਗੇ। ਉਂਝ ਇਹ 'ਚ ਕੋਈ ਦੋ ਰਾਏ ਨਹੀਂ ਹੈ ਕਿ ਬਸਪਾ ਜਦੋਂ ਦੀ ਨਾਲ ਆਈ ਹੈ, ਬਹੁਜਨ ਸਮਾਜ ਪਾਰਟੀ ਦੇ ਨਾਲ ਆਉਣ ਦੇ ਨਾਲ ਅਕਾਲੀ ਦਲ ਨੂੰ ਤਾਕਤ ਮਿਲੀ ਹੈ, ਪਰ ਬੀਜੇਪੀ ਦੇ ਲੀਡਰ ਆਉਣ ਤੋਂ ਬਾਅਦ ਕੀ ਸਥਿਤੀਆਂ ਰਹਿੰਦੀਆਂ ਨੇ ਇਹ ਵੀ ਇੱਕ ਖੋਜ ਦਾ ਵਿਸ਼ਾ ਹੀ ਆ। ਸਾਨੂੰ ਆਉਂਦੇ ਦਿਨਾਂ ਦੇ ਵਿੱਚ ਇਹਦੇ ਉੱਤੇ ਪਤਾ ਲੱਗੂਗਾ, ਪਰ ਬਸਪਾ ਔਰ ਅਕਾਲੀ ਦਲ ਦੇ ਸਮਝੌਤੇ ਦਾ ਫਾਇਦਾ ਅਕਾਲੀ ਦਲ ਨੂੰ ਜ਼ਰੂਰ ਮਿਲੂਗਾ, ਪਰ ਦਿੱਲੀ ਦੀਆਂ ਚੋਣਾਂ ਦੇ ਨਤੀਜੇ ਦਾ ਅਸਰ ਪੰਜਾਬ 'ਚ ਜ਼ਰੂਰ ਹੋਊਗਾ। ਔਰ ਵਿਰੋਧੀ ਮੰਗ ਕਰਨਗੇ, ਖਾਸ ਤੌਰ ਤੇ ਉਹ ਲੀਡਰ ਅਕਾਲੀ ਦਲ ਦੇ ਜਿਹੜੇ ਛੱਡ ਕੇ ਗਏ ਨੇ ਅਕਾਲੀ ਦਲ ਨੂੰ, ਸੁਖਦੇਵ ਸਿੰਘ ਢੀਂਡਸਾ, ਬ੍ਰਹਮਪੁਰਾ, ਸੇਖਵਾਂ ਸਾਹਿਬ, ਇਹ ਸਾਰੇ ਲੀਡਰ ਨੇ ਜਿਹੜੇ ਅਗਰ ਦਿੱਲੀ 'ਚ ਅਕਾਲੀ ਦਲ ਹਾਰਦਾ ਹੈ ਤੇ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦਾ ਨੀਤੀਗਤ ਵਿਰੋਧ ਕਰਨਗੇ ਔਰ ਮੰਗ ਵੀ ਕਰਨਗੇ ਕਿ ਪੰਜਾਬ ਦੇ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੁਣ ਕਰਾਈਆਂ ਜਾਣ। ਔਰ ਜਿਸ ਤਰ੍ਹਾਂ ਬੀਜੇਪੀ ਦੇ ਲੀਡਰ ਅਕਾਲੀ ਦਲ ਸ਼ਾਮਲ ਕਰ ਰਿਹਾ, ਕੀ ਇਹ ਸੋਚਿਆ ਜਾ ਸਕਦਾ ਕਿ ਪੰਜਾਬ 'ਚ ਵੀ ਕੇਂਦਰ ਸਰਕਾਰ ਹਰੀ ਝੰਡੀ ਦੇ ਗ੍ਰਹਿ ਮੰਤਰਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਸੋਚਿਆ ਜਾ ਸਕਦਾ? ਇਹ ਸਵਾਲ ਹੈ ਆਪਣੇ ਆਪ 'ਚ। ਹਾਲਾਂਕਿ ਕੀ ਭਾਰਤ ਸਰਕਾਰ ਇਹ ਫੈਸਲਾ ਕਰੂਗੀ ਜਾਂ ਨਹੀਂ ਕਰੂਗੀ
ਇਹ ਤਾਂ ਵਕਤ ਦੱਸੂਗਾ, ਪਰ ਇਸ ਤਰੀਕੇ ਦੀਆਂ ਚਰਚਾਵਾਂ ਖਿਆਲ ਜ਼ਰੂਰ ਲੋਕਾਂ ਦੇ ਮਨਾਂ 'ਚ ਉੱਭਰਨੇ ਸ਼ੁਰੂ ਹੋ ਜਾਣਗੇ। ਸੋ ਇਹ ਪੰਜਾਬ ਦੇ ਵੱਖ-ਵੱਖ ਮਸਲੇ ਸੀ ਜਿਨ੍ਹਾਂ ਦੇ ਉੱਤੇ ਚਰਚਾ ਕੀਤੀ ਹੈ। ਹੋਰ ਮਸਲਿਆਂ ਦੇ ਉੱਤੇ ਵੀ ਚਰਚਾ ਲਗਾਤਾਰ ਜਾਰੀ ਰੱਖਾਂਗੇ। ਅਗਲੇ ਪ੍ਰੋਗਰਾਮਾਂ ਦੇ ਵਿੱਚ ਵੀ ਸੁਰਿੰਦਰ ਡੱਲਾ ਜੀ ਵੀ ਹਾਜ਼ਰੀ ਭਰਨਗੇ ਤੇ ਵਿਜੇ ਮੌਰਿਆ ਜੀ ਵੀ ਸੀਨੀਅਰ ਪੱਤਰਕਾਰ ਨੇ, ਉਹ ਵੀ ਲਗਾਤਾਰ ਸਾਰੇ ਪ੍ਰੋਗਰਾਮਾਂ ਦੇ ਵਿੱਚ ਸਾਡੇ ਨਾਲ ਹਾਜ਼ਰੀ ਬਣਾ ਕੇ ਰੱਖਿਆ ਕਰਨਗੇ। ਸੋ ਫਿਲਹਾਲ ਦੇ ਲਈ ਇਜਾਜ਼ਤ ਦਿਓ। ਮੌਰਿਆ ਸਾਹਿਬ ਬਹੁਤ ਬਹੁਤ ਧੰਨਵਾਦ।